ਮਰਨ ਕਿਰਿਆ ਕਰਦੇ ਆ ਜਾਂ ਬੁਰਾ ਕਰਦੀਆਂ ਜਿਹੜੀਆਂ ਆਂਟੀਆਂ, ਉਹਨਾਂ ਨੇ ਕਿਹਾ ਕਿ ਕਾਲੇ ਤਿਲ ਜਾਂ ਮਤਲਬ ਪਹਿਲਾਂ ਤਾਂ ਨੈਗੇਟਿਵਿਟੀ ਆਉਂਦੀ ਹੈ, ਕਾਲੇ ਤਿਲ ਜਾਂ ਕਾਲੇ ਮਾਂਹ ਲੈ ਕੇ ਉਹਨਾਂ ਨੂੰ ਤੁਸੀਂ ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਕੋਟि कोटि प्रणाम मेरे गुरु जी, लख लख वार शुकराना मेरे गुरु पा। सारी संगत में मेरा जय गुरु जी, रूहानी आंटी में मेरा जय गुरु जी। पहला अपना महामंत्र कर दिया, ओम नमः शिवाय शिव जी सदा सहाय, ओम नमः शिवाय मेरे गुरु जी सदा सहाय, जय गुरु जी, लख लख बार शुकराना मेरे गुरु जी, कोटम कोट शुकराना मेरे गुरु जी। संगत जी, गुरु महाराज ਦਾ ਜੋ ਮੈਨੂੰ ਮੈਸੇਜ ਮਿਲਿਆ ਸੀਗਾ ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣੀ ਧੁਨ ਦੇ ਵਿੱਚ ਹੀ ਕੁੜੀਏ ਫਿਰਦੀ ਰਹਿੰਦੀ ਐ, ਤੂੰ ਮੇਰਾ ਸਤਸੰਗ ਧਿਆਨ ਨਾਲ ਨਹੀਂ ਸੁਣਦੀ, ਤੇਰੇ ਹਾਰਟ ਵਿੱਚ ਗੰਭੀਰ ਬਿਮਾਰੀ ਪਨਮ ਕਰ ਰਹੀ ਹੈ और नसें ब्लॉक हो रही हैं, सत्संग सुन और कष्ट कटवा, सर्जरी की नौबत ना आवे। हे मेरे गुरु महाराज जी, मैं बार बार ही शुकराना थोड़ा करदी हाँ, यही करदी हाँ वालका, धन धन मेरे गुरु महाराज जी, तुसी साडे एडे एडे संकट कट रहे हो, सानू वार्निंग कर रहे हो कि अंदर बीमारी पनम रही है। मेरे गुरु महाराज जी, साडा थोड़े सिवा मैं कोई नहीं है। पहला भी मैं कहा सी कि मेरा तो कोई है ही नहीं, अपने गुरु महाराज तो सिवाय मेरा कोई नहीं है। जो रिश्तेदार जिस तरह के भी सी गुरु महाराज ने पिछे कीते है, उन्हां दी किरपा वा, मेरे भले वास्ते कीते है, मेरे चंगे वास्ते कीते है मेरे मालिक ने। मेरे गुरु महाराज जी, दिमाग दे उत्ते बहुत टेंशन है, जिन्हां दे कारण मैनूं कुछ समझ नहीं आंदा। मैं कदे मेरा दिमाग किसी पासे होर चला जांदा है, कदे किसी पासे चला जांदा है, बस यही धुना दे विच ही मैं घुमदी रहनी हाँ। जो बीमारी पल रही है मेरे अंदर, तुसी दस रहे नसां ब्लॉक हो सकदी है, मेरे गुरु महाराज जी तुसी सब कुछ करना वै। अज मैं रूहानी आंटी दे सत्संग ते मैं मतलब 2 सत्संग सुने सी। एक तो उन्होंने काढ़ा दस्सिया कि एक गिलास पानी दे विच अद्धा चमचा जीरे दा पा के, अद्धा टुकड़ा अदरक दा पा के, अद्धा चमचा हल्दी दा पा के, दालचीनी दा थोड़ा जिहा छोटा टुकड़ा पा के, ओनूं काढ़े नूं मतलब काढ़ के ते हफ्ते च 2 वारी लैना वै। खाली पेट लै लो, शाम लै लो, चाहे सुबह लै लो। ਉਹਦੇ ਨਾਲ ਜਿਹੜਾ ਨਸਾਂ ਦਾ ਬਲੋਕੇਜ ਹੈ ਨਾ ਉਹ ਖਤਮ ਹੋ ਜਾਂਦੀਆਂ ਵਾ। ਬਾਕੀ ਜਿਹੜਾ ਦੱਸਿਆ ਵਾ ਵੀ ਮਰਨ ਕਿਰਿਆ ਕਰਦੇ ਆ ਜਾਂ ਬੁਰਾ ਕਰਦੀਆਂ ਜਿਹੜੀਆਂ ਆਂਟੀਆਂ, ਉਹਨਾਂ ਨੇ ਕਿਹਾ ਕਿ ਕਾਲੇ ਤਿਲ ਜਾਂ ਮਤਲਬ ਪਹਿਲਾਂ ਤਾਂ ਨੈਗੇਟਿਵਿਟੀ ਆਉਂਦੀ ਹੈ, ਕਾਲੇ ਤਿਲ ਜਾਂ ਕਾਲੇ ਮਾਂਹ ਲੈ ਕੇ ਉਹਨਾਂ ਨੂੰ ਤੁਸੀਂ ਦਾਨ ਦੇ ਦਿਓ ਸ਼ਨੀਵਾਰ, 2 ਜਾਂ 3 ਸ਼ਨੀਵਾਰ। ਫਿਰ ਉਹਨਾਂ ਨੇ ਕਿਹਾ ਵੀ ਨਿੰਬੂ ਦਾ 7 ਵਾਰੀ ਨਿੰਬੂ ਲੈ ਕੇ ਬਾਰ ਕੇ ਸਿਰ ਦੇ ਉੱਪਰ ਦੀ ਉਹਦੇ 4 ਟੁਕੜੇ ਕਰਕੇ ਚੁਰਾਹੇ ਵਿੱਚ ਸਿੱਟ ਦਿਓ। ਜੋ ਮਤਲਬ ਕਿ ਮਰਨ ਕਿਰਿਆ ਕੀਤੀਆਂ, ਜੋ ਵੀ ਕੁਛ ਕਰਦੀਆਂ ਆਂਟੀਆਂ, ਉਹ ਖਤਮ ਹੋ ਜਾਂਦਾ ਵਾ। ਤੇ ਮੇਰੇ ਗੁਰੂ ਮਹਾਰਾਜ ਜੀ, ਪਤਾ ਨਹੀਂ ਤੁਸੀਂ ਮੇਰੇ ਵਾਸਤੇ ਇਹ ਸਤਸੰਗ ਸੁਣਾਏ ਆ। ਮੈਂ ਸਾਰੇ ਸਤਸੰਗ ਤੇ ਜੋ ਜੋ ਪਾਏ ਦੱਸਿਆ ਮੈਂ ਨੋਟ ਕਰ ਲਏ ਮੇਰੇ ਗੁਰੂ ਮਹਾਰਾਜ ਜੀ। ਸਮਾਂ ਮਿਲਣ ਤੇ ਮੈਂ ਸਾਰਾ ਕੁਛ ਉਵੇਂ ਕਰੂੰਗੀ। ਮੇਰੇ ਗੁਰੂ ਮਹਾਰਾਜ ਜੀ ਕਿਰਪਾ ਕਰੀ ਰੱਖਿਓ, ਕਿਰਪਾ ਬਣਾਈ ਰੱਖਿਓ। ਤੁਸੀਂ ਜਿਹੜੇ ਵੀ ਉਪਾਅ ਦੱਸਿਆ, ਪਤਾ ਨਹੀਂ ਮੈਨੂੰ ਗੁਰੂ ਮਹਾਰਾਜ ਦਾ ਮੇਰੇ ਤੇ ਹੱਥ ਕਰਕੇ ਮੈਨੂੰ ਅੱਜ ਸਾਰੇ ਮੈਨੂੰ ਇੱਕਦਮ ਹੀ ਉਸ ਅੰਕਲ ਨੇ ਸੁਣਾ ਦਿੱਤੇ। ਸਾਰੇ ਉਪਾਅ ਮੈਨੂੰ ਸੁਣਾਏ ਉਹਨਾਂ ਨੇ ਵੀ ਕਿਸ ਤਰ੍ਹਾਂ ਸਾਡੇ ਤੇ ਤਕਲੀਫ ਹੋਈ, ਕਿਸ ਤਰ੍ਹਾਂ ਸਾਨੂੰ ਬਿਮਾਰੀ ਆਈ, ਤਾਂ ਸਾਨੂੰ ਉਹਨਾਂ ਨੇ ਉਪਾਅ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਉਪਾਅ ਦੱਸਿਆ ਤੇ ਵੀ ਤੁਸੀਂ ਗਾਂਹ ਵੀ ਕਿਸੇ ਨੂੰ ਦੱਸ ਸਕਦੇ ਹੋ। हे ਮੇਰੇ ਗੁਰੂ ਮਹਾਰਾਜ ਜੀ, ਉਹ ਸਾਰੇ ਉਪਾਅ ਮੈਂ ਨੋਟ ਕਰ ਲਏ। ਨਿੰਬੂ 4 ਵਾਰੀ ਵਾਰ ਕੇ 7 ਟੁਕੜੇ ਕਰਕੇ ਉਹਦੇ ਚੁਰਾਹੇ ਤੇ ਸਿੱਟਣੇ ਆ, ਜਾਂ ਕੋਈ ਹੋਰ ਚੱਕਰ ਕੀਤੇ ਕਰਾਏ ਦਾ ਵਾ, ਉਹ ਨਿੰਬੂ ਬਿਨਾਂ ਦਾਗ ਤੋਂ ਲੈ ਕੇ ਉਹਦੇ 4 ਟੁਕੜੇ ਕਰਕੇ ਉਹਦੇ 'ਚ ਕਾਲਾ ਨਮਕ ਤੇ ਸਿੱਧਾ ਨਮਕ ਤੇ ਕਾਲੀ ਮਿਰਚ ਭਰ ਕੇ ਉਹਨੂੰ ਸਾੜ ਦੇਣਾ ਵੈ। हे ਮੇਰੇ ਗੁਰੂ ਮਹਾਰਾਜ ਜੀ, ਜਿਸ ਤਰ੍ਹਾਂ ਪਾਏ ਦੱਸੇ ਮੈਂ ਨੋਟ ਕਰ ਲਏ। ਜਦੋਂ ਸਮਾਂ ਸ਼ਨੀਵਾਰ ਆਇਆ ਮੈਂ ਜ਼ਰੂਰ ਕਰੂੰਗੀ ਆਪਣੇ ਘਰ ਦੀ ਸੁੱਖ ਸ਼ਾਂਤੀ ਵਾਸਤੇ। ਬਾਕੀ ਗੁਰੂ ਮਹਾਰਾਜ ਜੀ, ਬਹੁਤ ਜ਼ਿਆਦਾ ਟੈਨਸ਼ਨ ਹੋਣ ਕਰਕੇ ਨਾ ਦਿਮਾਗ ਬਿਲਕੁਲ ਵੀ ਬੱਸ 'ਚ ਨਹੀਂ ਹੈ। ਕੋਈ ਵੀ ਚੀਜ਼ ਮੈਨੂੰ ਕਿਸੇ ਵੇਲੇ ਵੀ ਯਾਦ ਨਹੀਂ ਰਹਿੰਦੀ ਵੀ ਮੈਂ ਹੁਣ ਕੀ ਕਰਨਾ ਹੈ, ਕੀ ਕਰਨ ਆਈ ਹਾਂ, ਕਿੱਦਾਂ ਕਰਨਾ। ਦਿਮਾਗ ਬਹੁਤ ਹੀ ਚਕਰਾ ਰਿਹਾ ਵਾ ਔਰ ਬੇਵਸਾ ਹੋਇਆ ਵਾ, ਜਿਹਦੇ ਕਾਰਨ ਮੈਂ ਕੁਛ ਸਮਝ ਨਹੀਂ ਆ ਰਹੀ ਮੈਨੂੰ। ਅੱਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਜੋ ਵੀ ਦੁੱਖ ਹੈ ਆਪਣਾ ਦੱਸ ਰਹੀ ਹਾਂ। ਬਸ ਮੈਨੂੰ ਹਰ ਟਾਈਮ ਇਹੀ ਹੁੰਦਾ ਵੀ ਮੈਂ ਭਗਤੀ ਪਾਠ ਕਰਦੀ ਰਹਾਂ, ਮੈਨੂੰ ਕੋਈ ਟੈਨਸ਼ਨ ਨਾ ਹੋਵੇ ਕਿਸੇ ਕਿਸਮ ਦੀ ਵੀ। ਬਾਕੀ
ਸੰਸਾਰ ਦੇ ਵਿੱਚ ਆਏ ਹਾਂ, ਜੋ ਕਰਮ ਕੀਤੇ ਆ ਉਹ ਦੁੱਖ ਤਾਂ ਅਸੀਂ ਆਪਣੇ ਭੋਗਣੇ ਆ। ਫਿਰ ਵੀ ਮੇਰੇ ਗੁਰੂ ਮਹਾਰਾਜ ਜੀ ਨੇ ਸਾਨੂੰ 10% ਦਿੱਤੇ ਆ, 90% ਤਾਂ ਆਪਣੇ ਉੱਤੇ ਹੀ ਰੱਖ ਲੈਂਦੇ ਆ ਮੇਰੇ ਗੁਰੂ ਮਹਾਰਾਜ ਜੀ। ਸਾਰੇ ਕਸ਼ਟ ਲੈ ਲੈਂਦੇ ਆ। ਹੇ ਮੇਰੇ ਮਾਲਕਾ, ਇੰਨੀ ਦੁਨੀਆ ਦਾ ਭਾਰ ਲਿੱਤਾ ਹੈ, ਅਸੀਂ ਤਾਂ ਤੁਹਾਡਾ ਕੁਛ ਕਰ ਵੀ ਨਹੀਂ ਸਕਦੇ। ਸ਼ੁਕਰਾਨਾ ਕਰਦੇ ਵੀ ਟਾਈਮ ਕੱਢੀਦਾ ਕਿ ਮਾਲਕ ਦਾ ਸ਼ੁਕਰਾਨਾ ਕਰ ਦਈਏ, ਜਦ ਕਿ ਆਪਦੇ ਪਿੱਛੇ ਸਭ ਅਸੀਂ ਕੰਮ ਕਰ ਰਹੇ ਆ। ਹੇ ਮੇਰੇ ਗੁਰੂ ਮਹਾਰਾਜ ਜੀ, ਅੱਠੇ ਪੈਰ ਹੀ ਬੇਨਤੀ ਕਰਦੀ ਹਾਂ ਕਿ ਆਪਣੇ ਚਰਨਾਂ ਤੋਂ ਇੱਕ ਪਲ ਵੀ ਦੂਰ ਨਾ ਕਰਨ ਦਿਓ। ਜੋ ਬਿਮਾਰੀ ਅੰਦਰ ਲੱਗ ਰਹੀ ਹੈ ਜਾਂ ਨਸਾਂ ਬਲੌਕ ਹੋ ਰਹੀਆਂ, ਮੇਰੇ ਗੁਰੂ ਮਹਾਰਾਜ ਜੀ ਉਹਨਾਂ ਦੇ ਪਾਏ ਤੁਸੀਂ ਦੱਸਦੇ, ਮੈਂ ਉਹੀ ਕੜਾ ਅੱਜ ਤੋਂ ਹੀ ਸ਼ੁਰੂ ਕਰ ਦੂੰਗੀ ਬਣਾ ਕੇ ਪੀਣ ਲਈ। ਬਾਕੀ ਤੁਹਾਡਾ ਆਸ਼ੀਰਵਾਦ ਹੈ, ਮੰਦਰ 'ਚ ਖੜ ਕੇ ਗੁਰੂ ਮੰਤਰ ਪੜ੍ਹ ਕੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਉਸ ਤਰ੍ਹਾਂ ਹੀ ਮੈਂ ਕਰੂੰਗੀ ਮੇਰੇ ਗੁਰੂ ਮਹਾਰਾਜ ਜੀ। ਬਸ ਮਿਹਰ ਕਰਦੇ ਜਾਈਓ, ਮਿਹਰ ਦਾ ਹੱਥ ਰੱਖਿਓ, ਡਾਕਟਰਾਂ ਤੱਕ ਨਾ ਜਾਣਾ ਪਵੇ। ਜਦੋਂ ਦਾ ਮੈਨੂੰ ਪਤਾ ਲੱਗਿਆ ਉਹ ਟੈਨਸ਼ਨ ਵੀ ਮੈਨੂੰ ਹੋਣ ਲੱਗ ਗਈ ਕਿ ਬਿਮਾਰੀ ਆਉਣ ਲੱਗੀ ਹੈ ਕਿ ਮੈਂ ਇੰਨੀ ਜੋਗੀ ਨਹੀਂ ਹੈਗੀ, ਨਾ ਕੋਈ ਸੰਭਾਲਣ ਵਾਲਾ ਹੈਗਾ ਤੇ ਨਾ ਹੀ ਮੈਂ ਡਾਕਟਰ ਦੇ ਜਾ ਕੇ ਵੀ ਨਹੀਂ ਖੁਸ਼ ਹੈਗੀ। ਬਸ ਮੈਂ ਤਾਂ ਜਿਹੜੇ ਰਾਹਾਂ 'ਚ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗੀਆਂ, ਭਗਤੀ ਪਾਠ ਦਾ ਮਾਰਗ ਹੀ ਜਾਣਦੀ ਹਾਂ। ਹੋਰ ਮੈਨੂੰ ਕੁਛ ਨਹੀਂ ਆਉਂਦਾ। ਗੁਰੂ ਮਹਾਰਾਜ ਜੀ ਤੁਸੀਂ ਜਾਣੀ ਜਾਣਾ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ। ਬਾਕੀ ਸਤਸੰਗ ਜਿੰਨੇ ਵੀ ਰੂਹਾਨੀ ਆਂਟੀ ਦੇ ਚੈਨਲ ਤੋਂ ਆਉਂਦੇ ਆ ਮੈਂ ਸਾਰੇ ਸੁਣਦੀ ਹਾਂ। ਮੋਨਕਾ ਆਂਟੀ ਦੇ ਵੀ ਜਿਹੜੇ ਸਤਸੰਗ ਆਉਂਦੇ ਆ ਗੁਰੂ ਮਹਾਰਾਜ ਜੀ, ਮੈਂ ਤਕਰੀਬਨ ਸਾਰੇ ਸੁਣਦੀ ਹਾਂ। ਕਿਸੇ ਵੇਲੇ ਕੋਈ ਘਰ 'ਚ ਆਇਆ ਗਿਆ ਹੋਵੇ ਜਾਂ ਕੋਈ ਮੈਨੂੰ ਕੰਮਕਾਰ ਹੋਵੇ ਤਾਂ ਮੈਂ ਮਾਫੀ ਮੰਗਦੀ ਹਾਂ, ਮੇਰੇ ਕੋਲ ਮਿਸ ਹੋ ਜਾਂਦੇ ਆ ਉਹ। ਗੁਰੂ ਮਹਾਰਾਜ ਨੇ ਮੈਨੂੰ ਸਤਸੰਗ ਦੇ ਵਿੱਚ ਵੀ ਕਿਹਾ ਕਿ ਤੂੰ ਸਤਸੰਗ ਧਿਆਨ ਨਾਲ ਨਹੀਂ ਸੁਣਦੀ, ਤੂੰ ਆਪਣੀ ਧੁਨ ਵਿੱਚ ਰਹਿੰਦੀ ਹੈ। ਹੇ ਮੇਰੇ ਗੁਰੂ ਮਹਾਰਾਜ ਜੀ, ਮੈਂ ਕੋਈ ਧੁਨ ਨਹੀਂ, ਬਸ ਟੈਨਸ਼ਨਾਂ ਨਹੀਂ ਮੈਨੂੰ ਧੁਨ ਬਣਾਇਆ ਹੋਇਆ ਵਾ, ਜਿਨ੍ਹਾਂ ਦੇ ਕਾਰਨ ਮੇਰਾ ਦਿਮਾਗ ਇੱਧਰ ਉੱਧਰ ਘੁੰਮ ਜਾਂਦਾ ਵਾ। ਸਮਝ ਆਉਂਦੀ ਨਹੀਂ, ਇੰਨੇ ਜੋਗੇ ਆਪਾਂ ਹੈ ਨਹੀਂ ਕਿ ਆਪਾਂ ਕੰਮ ਦਾ ਜੋ ਵੀ ਸੰਕਟ ਆਇਆ ਮੈਂ ਹੱਲ ਕਰ ਸਕਾਂ। ਮੈਂ ਤਾਂ ਆਪਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਦੱਸ ਸਕਦੀ ਹਾਂ। ਮੇਰੇ ਤਾਂ ਗੁਰੂ ਮਹਾਰਾਜ ਜੀ ਨੇ ਮੇਰੇ ਸਾਰੇ ਸੰਕਟ ਹਰਨੇ ਆ। ਭੋਲੇ ਮਾਲਕਾ, ਜੇ ਮੁਸੀਬਤ ਪਾਈ ਹੈ ਤੁਸੀਂ ਵੀ ਚੱਕਣੀ ਹੈ। ਜੇਕਰ ਮੈਂ ਆਪਣੇ ਸਤਸੰਗ ਵਿੱਚ ਦੱਸਦੀ ਹਾਂ ਆਪਣੀਆਂ ਮੁਸੀਬਤਾਂ, ਮੇਰੀਆਂ ਮੁਸੀਬਤਾਂ ਤਾਂ ਬਹੁਤ ਹੈ ਗੁਰੂ ਮਹਾਰਾਜ ਜੀ, ਤੁਸੀਂ ਜਾਨੀ ਜਾਨ ਹੈ। ਤੁਸੀਂ ਹੀ ਕੱਟਣੀਆਂ, ਬਹੁਤ ਕੱਟ ਦਿੱਤੀਆਂ ਤੇ ਹੋਰ ਵੀ ਤੁਸੀਂ ਕੱਟੋਗੇ। ਜਦੋਂ ਦਾ ਤੁਹਾਡਾ ਲੜ ਪੜਿਆ ਵਾ ਮੇਰੇ ਮਾਲਕਾ, ਸਾਡੇ ਬਹੁਤ ਦੁੱਖ ਤੁਸੀਂ ਹਰੇ ਹੈ, ਬਹੁਤ ਸੰਕਟ ਸਾਡੇ ਕੱਟੇ ਹੈ। ਘਰ ਦੇ ਵਿੱਚ ਜੋ ਕਲਾ ਕਲੇਸ਼ ਸੀ ਉਹ ਵੀ ਖਤਮ ਕੀਤੀ ਹੈ। ਅੱਛਾ ਮਾਰਗ ਦਿਖਾਇਆ ਵਾ। ਚੰਗੇ ਚੰਗੇ ਸਤਸੰਗ 'ਚ ਜਾਣ ਦੇ ਪੈਰ ਪੈਣ ਲੱਗ ਪਏ। ਡੁਗਰੀ ਮੰਦਿਰ ਵੀ ਅਸੀਂ ਜਾਏ ਆ। ਗੁੜੀਆ ਨੇ ਐਸ ਐਤਵਾਰ ਫੇਰ ਜਾਣਾ ਵਾ, ਕਿਉਂਕਿ ਪਹਿਲੇ ਹਫਤੇ ਡੁਗਰੀ ਮੰਦਿਰ ਖੁੱਲਦਾ ਵਾ। ਸਾਡੇ ਮੋਗੇ ਵਾਲੀ ਸੰਗਤ, ਜਗਰਾਉਂ ਵਾਲੀ ਸੰਗਤਾਂ ਇਕੱਠੀਆਂ ਹੋ ਕੇ ਬੱਸ ਲੈ ਕੇ ਜਾਂਦੀਆਂ। ਹੇ ਮੇਰੇ ਗੁਰੂ ਮਹਾਰਾਜ ਜੀ, ਗੁੜੀਆ ਜਾਊਗੀ, ਮਿਹਰ ਦਾ ਹੱਥ ਰੱਖਿਓ ਸਾਡੇ ਪਰਿਵਾਰ ਤੇ, ਹਾਜ਼ਰੀਆਂ ਮਨਜ਼ੂਰ ਕਰਿਓ, ਬੱਚਿਆਂ ਕੋਲੋਂ ਕੋਈ ਗਲਤੀਆਂ ਹੋ ਜਾਣ ਮਾਫ ਕਰਿਓ ਮੇਰੇ ਗੁਰੂ ਮਹਾਰਾਜ ਜੀ। ਬਸ ਹੁਣ ਛਤਰਪੁਰ ਬੁਲਾਣਾ ਹੈ ਮੇਰੇ ਗੁਰੂ ਮਹਾਰਾਜ ਜੀ। ਜਦੋਂ ਵੀ ਸਾਨੂੰ ਸੱਦਾ ਆ ਗਿਆ ਅਸੀਂ ਤਿਆਰ ਹੈ ਮਾਲਕਾ ਜਾਣ ਲਈ। ਸਾਡੀ ਬਾਂਹ ਤੁਸੀਂ ਫੜ ਕੇ ਲੈ ਕੇ ਜਾਣਾ। ਅਸੀਂ ਤਾਂ ਨਾਦਾਨ ਬੱਚੇ ਹੈ, ਨਲਾਇਕ ਬੱਚੇ ਹੈ, ਸਾਨੂੰ ਕੋਈ ਮਾਰਗ ਨਹੀਂ ਪਤਾ ਹੈ ਮੇਰੇ ਗੁਰੂ ਮਹਾਰਾਜ ਜੀ। ਬਸ ਇੱਕ ਹੁਣ ਸਾਡਾ ਕੰਮ ਇਹ ਵੀ ਕਰ ਦਿਓ, ਜਿਹੜਾ ਕਿ ਛਤਰਪੁਰ ਸਾਡੇ ਪਰਿਵਾਰ ਨੂੰ ਇੱਕ ਵਾਰੀ ਦਰਸ਼ਨ ਕਰਵਾ ਦਿਓ ਮੇਰੇ ਗੁਰੂ ਮਹਾਰਾਜ ਜੀ। ਬਹੁਤ ਤ੍ਰਿਸ਼ਨਾ ਮਨ ਵਿੱਚ ਕਿ ਮੈਂ ਛਤਰਪੁਰ ਜਾਵਾਂ ਤਾਂ ਮੇਰਾ ਦਿਲ ਫੇਰ ਸਖਤ ਹੋਊਗਾ, ਨਹੀਂ ਤਾਂ ਮੇਰਾ ਦਿਲ ਜਦੋਂ ਮੈਂ ਗੱਲ ਕਰਦੀ ਹਾਂ ਮਨ ਭਰ ਆਉਂਦਾ। ਗੁਰੂ ਮਹਾਰਾਜ ਜੀ ਤੁਸੀਂ ਵੀ ਸਖਤ ਕਰਨਾ ਮੇਰਾ ਦਿਲ, ਤੁਸੀਂ ਤਕੜਾ ਕਰਨਾ ਹੈ। ਜੋ ਬਿਮਾਰੀਆਂ ਨੇ ਘੇਰਾ ਪਾਇਆ ਉਹਨਾਂ ਨੂੰ ਵੀ ਤੁਸੀਂ ਨਸ਼ਟ ਕਰਨਾ ਮੇਰੇ ਗੁਰੂ ਮਹਾਰਾਜ ਜੀ। ਵਾਰ-ਵਾਰ ਇਹੀ ਬੇਨਤੀ ਹੈ। ਤੁਹਾਡੀ ਬੱਚੀ ਕੋਲੋਂ ਜੇ ਕੋਈ ਗਲਤੀ ਹੁੰਦੀ ਹੈ ਜਾਂ ਕੋਈ ਭੁੱਲ ਕੇ ਵੀ ਗਲਤੀ ਹੋ ਜਾਂਦੀ ਹੈ, ਨਾਦਾਨ ਬੱਚੇ ਹੈ, ਮਾਫ ਕਰਨਾ ਮੇਰੇ ਗੁਰੂ ਮਹਾਰਾਜ ਜੀ। ਜਿਹੜੇ ਕਾੜੇ ਮੈਂ ਸਤਸੰਗ 'ਚ ਸੁਣੇ ਅੱਜ ਤੋਂ ਮੈਂ ਸ਼ੁਰੂ ਕਰ ਦੂੰਗੀ ਮੇਰੇ ਮਾਲਕਾ। ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਡਾਕਟਰ ਦਾ ਵੀ ਚੈੱਕਅਪ ਕਹੂੰ ਤਾਂ ਕਰਵਾ ਲਾਂ, ਪਰ ਮੇਰਾ ਮਨ ਕਹਿ ਰਿਹਾ ਕਿ ਮੇਰੇ ਗੁਰੂ ਮਹਾਰਾਜ ਨੇ ਸਾਰਾ ਕੁਛ ਮੇਰਾ ਠੀਕ ਕਰ ਦੇਣਾ। ਮੈਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਮੈਂ ਡਾਕਟਰ ਦੇ ਨਹੀਂ ਜਾਣਾ। ਗੁਰੂ ਮਹਾਰਾਜ ਜੀ ਮੇਰੀ ਫਰਿਆਦ ਸੁਣੋ, ਸੱਚੇ ਦਿਲ ਨਾਲ ਬੋਲ ਰਹੀ ਹਾਂ ਕਿ ਮੈਂ ਡਾਕਟਰ ਦੇ ਨਹੀਂ ਜਾਣਾ। ਮੈਂ ਉਹਨਾਂ ਕਾੜਿਆਂ ਨਾਲ ਹੀ ਗੁਰੂ ਮਹਾਰਾਜ ਜੀ ਠੀਕ ਹੋ ਜਾਣਾ ਵੈ। ਮੈਨੂੰ ਕਿਸੇ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਮੈਂ ਕਿਸੇ ਦਾ ਕਦੀ ਬੁਰਾ ਨਹੀਂ ਕੀਤਾ, ਨਾ ਕਦੇ ਬੁਰਾ ਸੋਚਿਆ ਵੈ। ਮੇਰੇ ਮਾਲਕ ਨੇ ਜਿਸ ਰਜਾ ਦੇ ਵਿੱਚ ਮੈਨੂੰ ਰੱਖਿਆ, ਮੈਂ ਬਹੁਤ ਖੁਸ਼ ਹਾਂ ਮੇਰੇ ਗੁਰੂ ਮਹਾਰਾਜ ਜੀ। ਮੈਂ ਬਹੁਤ ਖੁਸ਼ ਹਾਂ। ਜਿਸ ਤਰ੍ਹਾਂ ਦਾ ਪਰਿਵਾਰ ਮੈਨੂੰ ਦਿੱਤਾ ਮੈਂ ਉਸ ਪਰਿਵਾਰ 'ਚ ਬਹੁਤ ਆਨੰਦ ਮੰਗਲ ਹੈ ਮੇਰੇ ਗੁਰੂ ਮਹਾਰਾਜ ਜੀ। ਜੋ ਜੋ ਰਿਸ਼ਤੇਦਾਰ ਤੁਹਾਨੂੰ ਨਹੀਂ ਚੰਗੇ ਲੱਗੇ, ਤੁਸੀਂ ਕਿਹਾ ਬੁਰੇ ਹੈ, ਉਹਨਾਂ ਤੋਂ ਮੈਂ ਤੈਨੂੰ ਦੂਰ ਕਰ ਦੇਣਾ। ਮਾਲਕਾ ਤੁਸੀਂ ਦੂਰ ਕੀਤਾ, ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੈਨੂੰ ਕੋਈ ਗਮ ਨਹੀਂ ਲੱਗਿਆ। ਇਹਦੇ ਵਿੱਚ ਵੀ ਮੇਰੀ ਭਲਾਈ ਕੀਤੀ ਹੈ ਤੁਸੀਂ ਮੇਰੇ ਗੁਰੂ ਮਹਾਰਾਜ ਜੀ। ਜਿਵੇਂ ਜਿਵੇਂ ਮੈਂ ਗੁਰੂ ਮਹਾਰਾਜ ਦੇ ਨੇੜੇ ਆ ਰਹੀ ਹਾਂ, ਮੇਰੇ ਸਾਰੇ ਸੰਕਟ ਜਾ ਰਹੇ ਆ, ਮੇਰੇ ਦੁੱਖ ਜਾ ਰਹੇ ਆ।
ਗੁਰੂ ਮਹਾਰਾਜ ਜੀ ਮੈਨੂੰ ਬਿਲਕੁਲ ਸ਼ੁੱਧ ਕਰ ਰਹੇ ਆ, ਮੈਨੂੰ ਕੋਈ ਇਸ ਗੱਲ ਦਾ ਨਹੀਂ ਆਉਂਦਾ, ਮੈਨੂੰ ਖੁਸ਼ੀ ਹੁੰਦੀ ਹੈ। ਮੇਰੇ 'ਚ ਜੋ ਕਮੀਆਂ ਮੇਰੇ ਗੁਰੂ ਮਹਾਰਾਜ ਜੀ ਦੱਸ ਰਹੇ ਆ, ਉਹਨਾਂ ਨੂੰ ਮੈਂ ਸੁਧਾਰੂੰਗੀ। ਗੁਰੂ ਮਹਾਰਾਜ ਜੀ, ਤੁਸੀਂ ਮੇਰੇ ਤੇ ਕਿਰਪਾ ਬਣਾਈ ਰੱਖੀਓ, ਤੁਸੀਂ ਮੇਰਾ ਹੱਥ ਨਾ ਛੱਡਿਓ ਮੇਰੇ ਮਾਲਕਾ। ਜੇ ਹੱਥ ਛੱਡ ਦਿੱਤਾ ਅਸੀਂ ਤਾਂ ਬਿਲਕੁਲ ਹੀ ਮਰ ਜਾਵਾਂਗੇ, ਸਾਡੇ 'ਚ ਕੋਈ ਸਾਹਸ ਨਹੀਂ ਰਹਿਣਾ ਇਸ ਗੱਲ ਦਾ। ਹੁਣ ਤਾਂ ਅਸੀਂ ਬੜੇ ਹੌਸਲੇ ਦੇ ਨਾਲ ਕਿ ਸਾਡੇ ਗੁਰੂ ਮਹਾਰਾਜ ਜੀ ਸਾਡੇ ਨਾਲ ਹੈ, ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਦੁਨੀਆ ਬਹੁਤ ਖਰਾਬ ਹੈ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਤੁਸੀਂ ਤਾਂ ਹਰ ਵੇਲੇ ਸਾਡੇ ਘਰ ਵਿੱਚ ਤੁਹਾਡਾ ਵਾਸ ਹੈ, ਜਾਣਦੇ ਹੋ ਕੌਣ ਕਿਸ ਰੂਪ 'ਚ ਆ ਕੇ ਸਾਨੂੰ ਕੀ ਕਹਿ ਕੇ ਜਾਂਦਾ, ਕੀ ਕਹਿ ਕੇ ਜਾਂਦਾ। ਅਸੀਂ ਆਪਣੇ ਮਨ ਨੂੰ ਬਹੁਤ ਸਖਤ ਕੀਤਾ ਹੋਇਆ ਮੇਰੇ ਮਾਲਕਾ, ਕਿ ਅਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਸਾਡਾ ਐਡਾ ਵੱਡਾ ਗੁਰੂ ਬੈਠਾ ਵਾ, ਸ਼ਿਵ ਭਗਵਾਨ, ਦੇਵੋ ਕੇ ਦੇਵ, ਮਹਾਦੇਵ, ਜਿਨ੍ਹਾਂ ਨੇ ਸਾਡਾ ਹੱਥ ਫੜਿਆ, ਉਹ ਸਾਨੂੰ ਕਦੇ ਵੀ ਡੁੱਬਣ ਨਹੀਂ ਦੇਣਗੇ, ਸਾਨੂੰ ਤਾਰਨਗੇ। ਮੇਰੇ ਮਾਲਕਾ, ਮੈਂ ਜਿਹੜਾ ਵੀ ਸਤਸੰਗ 'ਚ ਬੋਲ ਰਹੀ ਹਾਂ, ਗੁਰੂ ਮਹਾਰਾਜ ਜੀ ਜੋ ਬੁਲਾ ਰਹੇ ਅੱਜ ਮੈਂ ਉਹੀ ਬੋਲ ਰਹੀ ਹਾਂ। ਬਸ ਜੋ ਸੰਕਟ ਮੇਰੇ ਤੇ ਆਇਆ ਤੁਸੀਂ ਉਹਨੂੰ ਕੱਟ ਦਿਓ। ਮੈਂ ਤੁਹਾਡੇ ਨਿਯਮਾਂ ਤੇ ਬਿਲਕੁਲ ਚੱਲ ਰਹੀ ਹਾਂ। ਅਣਜਾਣੇ 'ਚ ਵੀ ਕੋਈ ਗਲਤੀ ਹੋ ਗਈ ਮੇਰੇ ਮਾਲਕਾ, ਮੈਨੂੰ ਮਾਫ ਕਰੀ। ਹੇ ਮੇਰੇ ਗੁਰੂ ਮਹਾਰਾਜ ਜੀ, ਜਿਨਨੇ ਮੇਰੇ ਸੰਕਟ ਤਾਰਿਆ, ਤੁਸੀਂ ਕੱਟੇ ਆ। ਮੇਰੇ ਤੇ ਜੋ ਵਿਪਤਾ ਆਈਆਂ ਮੇਰੇ ਤੇ ਕੱਟੀਆਂ ਤੁਸੀਂ, ਉਹ ਮਿਹਰ ਦਾ ਹੱਥ ਰੱਖਿਆ ਮੇਰੇ ਪਰਿਵਾਰ ਤੇ, ਸਾਰੀਆਂ ਸੰਗਤਾਂ ਤੇ ਰੱਖਿਓ, ਕੋਈ ਨਾ ਡੋਲੇ। ਜਿੰਨੀਆਂ ਸੰਗਤਾਂ ਭੈਣ ਭਰਾ ਸਾਡੇ ਨਾਲ ਜੁੜੇ, ਹਰ ਇੱਕ ਦਾ ਭਲਾ ਹੀ ਤੁਸੀਂ ਕੀਤਾ ਮੇਰੇ ਗੁਰੂ ਮਹਾਰਾਜ ਜੀ। ਇਸ ਤਰ੍ਹਾਂ ਹੀ ਕਰਦੇ ਰਹੀਓ ਮੇਰੇ ਦਾਤਿਆ। ਇੱਕ ਦੂਜੇ ਨੂੰ ਦੇਖ ਕੇ ਬੜਾ ਹੌਸਲਾ ਹੁੰਦਾ ਵੈ ਕਿ ਕਿਸੇ ਤੇ ਸੰਕਟ ਆਇਆ, ਗੁਰੂ ਮਹਾਰਾਜ ਨੇ ਇੰਨੇ ਕੁ ਟਾਈਮ 'ਚ ਕੱਟ ਦਿੱਤਾ, ਉਹਨੂੰ ਆਹ ਕਿਰਪਾ ਕੀਤੀ ਹੈ। ਮੇਰੇ ਗੁਰੂ ਮਹਾਰਾਜ ਜੀ, ਮੈਂ ਇਸ ਤਰ੍ਹਾਂ ਦੇਖ ਕੇ ਆਪਣਾ ਮਨ ਬਹੁਤ ਤਕੜਾ ਕਰ ਰਹੀ ਹਾਂ, ਬਹੁਤ ਤਕੜਾ ਹੋ ਰਿਹਾ ਵੈ। ਤੁਸੀਂ ਹੀ ਕੀਤਾ, ਮੇਰਾ ਆਪਣੇ ਆਪ ਨਹੀਂ ਹੋਣਾ ਸੀ, ਕਿਉਂਕਿ ਗੁਰੂ ਮਹਾਰਾਜ ਦਾ ਹੱਥ ਵੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੈਂ ਸੁੱਤੇ ਉੱਠਦੇ ਮੰਦਿਰ ਵਿੱਚ ਜਾ ਕੇ ਜੋ ਜਲ ਪ੍ਰਸ਼ਾਦ ਰੱਖਿਆ ਹੁੰਦਾ ਵੈ, ਉਹਨੂੰ ਮੈਂ ਗਲਾਸ ਪੀਂਦੀ ਹਾਂ ਕਿ ਮੇਰੀਆਂ ਜੋ ਪੀੜਾਂ ਦਰਦਾਂ ਨਿਕਲਦੀਆਂ ਉਹ ਠੀਕ ਹੋਣ ਲੱਗ ਜਾਣਗੀਆਂ। ਬਹੁਤ ਦਿਨਾਂ ਤੋਂ ਮੈਨੂੰ ਕੁਛ ਆਰਾਮ ਹੈ, ਠੰਡ ਜੀ ਪੈਂਦੀ ਆ ਮੇਰੇ ਅੰਦਰ। ਜਦੋਂ ਮੈਂ ਕੰਮ ਕਰਦੀ ਹਾਂ ਮੇਰੇ ਮਾਲਕਾ, ਮੈਨੂੰ ਕੋਈ ਦਰਦ ਨਹੀਂ ਹੁੰਦੀ ਗੀ, ਤੇ ਜਦੋਂ ਮੈਂ ਬੈੱਡ ਤੇ ਪੈ ਜਾਂਦੀ ਹਾਂ ਉਸ ਤੋਂ ਬਾਅਦ ਮੈਨੂੰ, ਜਦੋਂ ਮੈਂ ਸਵੇਰੇ ਉੱਠਦੀ ਹਾਂ ਉਦੋਂ ਮੈਨੂੰ ਬਹੁਤ ਦਰਦਾਂ ਹੁੰਦੀਆਂ ਵੈ। ਮਤਲਬ ਕਿ ਪੈਰ ਤੋਂ ਲੈ ਕੇ ਲੱਕ ਤੱਕ ਨਾ ਦਰਦ ਬਹੁਤ ਆ ਰਹੀ ਹੈ। ਤੇ ਮੈਂ ਕੋਈ ਮੈਡੀਸਨ ਨਹੀਂ ਹਲੇ ਖਾਧੀ ਗੀ, ਨਾ ਮੈਂ ਖਾਣੀ ਹੈ। ਮੈਂ ਪਹਿਲਾਂ ਵੀ ਕਿਹਾ ਸੀ ਮੈਂ ਮੈਡੀਸਨ ਕੋਈ ਨਹੀਂ ਲੈਣੀ। ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਰੂਹਾਨੀ ਆਂਟੀ ਦੇ ਸਤਸੰਗ ਤੇ ਇੱਕ ਅੰਕਲ ਦਾ ਮਤਲਬ ਸਤਸੰਗ ਆਇਆ, ਮੈਂ ਸੁਣਿਆ ਸਭ ਤੋਂ ਪਹਿਲਾਂ। ਉਹਨੇ ਮੈਨੂੰ ਕਈ ਪਾਏ ਦੱਸਿਆ, ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਵੀ ਮੈਂ ਲਿਖ ਚੁੱਕੀ ਹਾਂ ਆਪਣੀ ਡਾਇਰੀ ਤੇ। ਮੇਰੇ ਗੁਰੂ ਮਹਾਰਾਜ ਜੀ, ਮਿਹਰ ਤੁਸੀਂ ਕਰਨੀ ਹੈ, ਜੋ ਪਾਈ ਦੱਸਿਆ ਮੈਂ ਕਰੂੰਗੀ। ਕਿਰਪਾ ਤੁਸੀਂ ਬਣਾਈ ਰੱਖੀਓ ਮੇਰੇ ਤੇ, ਇੱਕ ਪਲ ਵੀ ਮੈਨੂੰ ਦੂਰ ਨਾ ਕਰਿਓ ਆਪਣੇ ਚਰਨਾਂ ਤੋਂ। ਮੇਰੇ ਪਰਿਵਾਰ ਤੇ ਮਿਹਰ ਦਾ ਹੱਥ ਰੱਖਿਓ। ਜੋ ਕੀਤਾ ਕਰਾਇਆ ਚੱਕਰ ਹੈ ਤੁਸੀਂ ਹੀ ਨਸ਼ਟ ਕਰਨਾ ਮੇਰੇ ਮਾਲਕਾ। ਮੈਂ ਤਾਂ ਇੰਨੀ ਜੋਗੀ ਨਹੀਂ ਹੈ। ਜੋ ਕਰਦਾ ਉਹਨੂੰ ਆਪਣੇ ਲੜ ਲਾਓ, ਨਹੀਂ ਉਹਨੂੰ ਪਾਸੇ ਕਰੋ ਮੇਰੇ ਗੁਰੂ ਮਹਾਰਾਜ ਜੀ। ਮਿਹਰ ਕਰੋ, ਮਿਹਰ ਕਰੋ, ਸ਼ਕਤੀ ਦਿਓ, ਭਗਤੀ ਦਿਓ। ਆਪਣੇ ਚਰਨਾਂ ਦਾ ਪਿਆਰ ਹਰ ਵੇਲੇ ਰੱਖੀ ਰੱਖਿਓ ਸਾਡਾ। ਮਿਹਰ ਦਾ ਹੱਥ ਰੱਖੀ ਰੱਖਿਓ, ਚਰਨਾਂ 'ਚ ਸਿਰ ਝੁਕਾਈ ਰੱਖਿਓ ਸਾਡਾ। ਹਰ ਵੇਲੇ ਮੰਦਿਰਾਂ ਦੇ ਰਾਹ ਹੀ ਦਿਖਾਈਓ, ਹੋਰ ਕੋਈ ਬੁਰਾ ਰਸਤਾ ਨਾ ਦਿਖਾਈਓ ਸਾਨੂੰ। ਡਾਕਟਰਾਂ ਦਾ, ਹਸਪਤਾਲਾਂ ਦਾ, ਬਿਮਾਰੀਆਂ ਦਾ, ਕੋਈ ਜਹਿਮਤ ਕੋਟ ਕਚਹਿਰੀ ਮੇਰੇ ਮਾਲਕਾ ਸਾਨੂੰ ਲੋੜ ਨਾ ਪਾਈ। ਅਸੀਂ ਹੁਣ ਇੰਨੇ ਜੋਗੇ ਨਹੀਂ ਹੈ ਕਿ ਅਸੀਂ ਇੰਨੇ ਸੰਕਟ ਲਈਏ। ਸਾਰੀ ਜ਼ਿੰਦਗੀ ਇਹਨਾਂ ਕੰਮਾਂ 'ਚ ਹੀ ਨਿਕਲ ਗਈ ਹੈ ਮੇਰੇ ਗੁਰੂ ਮਹਾਰਾਜ ਜੀ। ਹੁਣ ਜਦੋਂ ਦਾ ਤੁਹਾਡਾ ਲੜ ਫੜਿਆ ਅਸੀਂ ਬਹੁਤ ਤਰੱਕੀ ਕੀਤੀ ਹੈ। ਸਾਡੇ ਤੇ ਬਹੁਤ ਪਰਿਵਾਰ 'ਚ ਸ਼ਕਤੀ ਦਿੱਤੀ ਹੈ। ਜਦ ਕਿ ਅੰਕਲ ਜੀ ਨੂੰ ਇੰਨੀ ਸ਼ੂਗਰ ਵੱਧ ਗਈ ਸੀ, ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ, ਉਹਨਾਂ ਦੇ ਸ਼ੂਗਰ ਦਾ ਇਫੈਕਟ ਅੱਖਾਂ ਤੇ ਪੈ ਗਿਆ ਸੀਗਾ। 2 ਮਹੀਨਿਆਂ ਬਾਅਦ ਤੁਸੀਂ ਰੋਸ਼ਨੀ ਦਿੱਤੀ ਮੇਰੇ ਮਾਲਕਾ। ਧੰਨ ਮੇਰੇ ਗੁਰੂ ਮਹਾਰਾਜ ਜੀ, ਸਾਨੂੰ ਪਾਪੀਆਂ ਨੂੰ ਤਾਰਨ ਵਾਸਤੇ ਤੁਸੀਂ ਆਏ। ਸਾਨੂੰ ਕਿਉਂ ਵੀ ਸਮਝ ਨਹੀਂ ਆ ਰਹੀ ਕਿ ਗੁਰੂ ਮਹਾਰਾਜ ਦਾ ਲੜ ਇੱਕ ਪਲ ਵੀ ਅਸੀਂ ਛੱਡ ਨਹੀਂ ਰਹੇ, ਨਾ ਹੀ ਛੱਡ ਸਕਦੇ ਆ ਗੁਰੂ ਮਹਾਰਾਜ ਜੀ ਅਸੀਂ। ਸਾਡੇ ਤੇ ਬਹੁਤ ਕਿਰਪਾ ਤੁਸੀਂ ਕੀਤੀ ਹੈ, ਤੁਹਾਡਾ ਲੱਖ ਲੱਖ ਵਾਰ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ। ਲੱਖ ਲੱਖ ਵਾਰ ਸ਼ੁਕਰਾਨਾ, 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 ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ। ਅੱਜ ਵੀ ਇਹੀ ਫਰਿਆਦ ਕਰਦੀ ਹੈ ਮੇਰੇ ਗੁਰੂ ਮਹਾਰਾਜ ਜੀ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਬੈਠ ਕੇ ਕਿ ਜੋ ਸੰਕਟ ਆਇਆ ਤੁਸੀਂ ਹਰ ਲਿਓ, ਸਾਡਾ ਸੰਕਟ ਹਰ ਲਿਓ। ਸਾਨੂੰ ਭਗਤੀ ਪਾਠ ਦਾ ਮਾਰਗ ਦਿਖਾਓ, ਹਰ ਵੇਲੇ ਨਾਮ ਸਿਮਰਨ ਕਰੀਏ, ਬੁਰੀਆਂ ਸੰਗਤਾਂ ਤੋਂ ਦੂਰ ਕਰਿਓ। ਸਤਸੰਗ ਵਾਲੇ ਪਾਸੇ ਮੇਰਾ ਪੈਰ ਪਵਾਓ। 2 ਸਤਸੰਗ ਮੇਰੇ ਮਿਸ ਹੋ ਗਏ, ਮੈਂ ਜਾ ਨਹੀਂ ਸਕੀ, ਸਰਦੀ ਬਹੁਤ ਸੀ, ਮੇਰੇ ਦਰਦ ਰਹਿਣ ਕਰਕੇ ਮੈਂ ਨਹੀਂ ਜਾ ਸਕੀ। ਹੁਣ 15 ਤਰੀਕ ਨੂੰ ਕਹਿੰਦੇ ਸ਼ਿਵਰਾਤਰੀ ਆ ਰਹੀ ਹੈ, ਵੱਡਾ ਸਤਸੰਗ ਸਾਡੇ ਮੋਗੇ ਵਿੱਚ ਹੋਣਾ ਵੈ। ਸ਼ਕਤੀ ਦਈਓ ਮੇਰੇ ਮਾਲਕਾ। ਹਰ ਸਾਲ ਵੈਸੇ ਤਾਂ ਮੈਂ ਸ਼ਿਵਰਾਤਰੀ ਦਾ ਵਰਤ ਰੱਖਦੀ ਸੀ, ਹੁਣ ਇਸ ਵਾਰੀ ਤਾਂ ਮੈਂ ਗੁਰੂ ਮਹਾਰਾਜ ਦੇ ਦਰਬਾਰ ਜਿੱਥੇ ਲੱਗਣਾ ਉੱਥੇ ਮੈਂ ਜਾਊਂਗੀ ਸਤਸੰਗ ਦੇ ਵਿੱਚ। ਉੱਥੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੀ ਫਰਿਆਦ ਹੈ,
ਮਾਲਕਾ ਬਸ ਮੈਨੂੰ ਆਪਣੇ ਚਰਨਾਂ ਨਾਲ ਹੀ ਲਾ ਲਾ। ਇੱਕ ਪਲ ਕਿਤੇ ਹੋਰ ਭੜਕਣ ਨਾ ਦੇਈ, ਬੁਰੀਆਂ ਸੰਗਤਾਂ ਤੋਂ ਦੂਰ ਰੱਖੀ ਮੇਰੇ ਗੁਰੂ ਮਹਾਰਾਜ ਜੀ। ਹੁਣ ਤਾਂ ਮੈਨੂੰ ਪਹਿਚਾਣ ਵੀ ਆਉਣ ਲੱਗ ਗਈ ਬੁਰੇ ਚੰਗੇ ਦੀ, ਕੌਣ ਆਂਦਾ? ਸਾਡੇ ਤਾਂ ਅੱਜ ਤੱਕ ਚੰਗਾ ਤਾਂ ਕੋਈ ਆਇਆ ਨਹੀਂ, ਬੁਰਾ ਹੀ ਆ ਕੇ ਵੜਦਾ ਮੇਰੇ ਗੁਰੂ ਮਹਾਰਾਜ ਜੀ। ਪਤਾ ਨਹੀਂ ਇੰਨੇ ਸਾਨੂੰ ਪਾਗਲ ਬਣਾ ਛੱਡਿਆ ਲੋਕਾਂ ਨੇ, ਵੀ ਆ ਕੇ ਇੱਥੇ ਬੈਠ ਜਾਂਦੇ ਆ, ਜਦੋਂ ਫਿਰ ਕਿਸੇ ਨੂੰ ਘਰ ਆਏ ਨੂੰ ਗੁਰੂ ਮਹਾਰਾਜ ਜੀ ਨਹੀਂ ਕਹਿ ਸਕਦੇ ਕਿ ਤੁਸੀਂ ਕਿਉਂ ਆਏ ਹੋ ਜਾਂ ਚਲੇ ਜਾਓ। ਤੁਸੀਂ ਕਿਰਪਾ ਬਣਾਈ ਰੱਖਣੀ ਹੈ, ਜੋ ਬੁਰਾ ਇਨਸਾਨ ਆ ਤੁਸੀਂ ਦੂਰ ਕਰਨਾ ਹੈ ਮੇਰੇ ਗੁਰੂ ਮਹਾਰਾਜ ਜੀ। ਸਾਰੀਆਂ ਸੰਗਤਾਂ ਨੂੰ ਵਾਰ-ਵਾਰ ਇਹੀ ਫਰਿਆਦ ਕਰਦੀ ਹੈ, ਜਿਸ ਵੀ ਸੰਗਤ ਤੇ ਸੰਕਟ ਆਂਦਾ ਸਾਰੇ ਫਰਿਆਦ ਕਰੋ, ਉਹਨਾਂ ਦਾ ਸੰਕਟ ਗੁਰੂ ਮਹਾਰਾਜ ਜੀ ਕੱਟ ਦੇਣ, ਦੂਰ ਚਲਾ ਜਾਵੇ। ਕਿਸੇ ਦੇ ਪੈਰਾਂ ਪਿੱਛੇ ਆਪਣਾ ਵੀ ਭਲਾ ਹੁੰਦਾ, ਕਿਸੇ ਦਾ ਭਲਾ ਸੋਚ ਕੇ। ਹੇ ਮੇਰੇ ਗੁਰੂ ਮਹਾਰਾਜ ਜੀ, ਸਾਰਿਆਂ ਤੇ ਕਿਰਪਾ ਬਣਾਈ ਰੱਖਿਓ, ਸਾਰੀਆਂ ਸੰਗਤਾਂ ਤੇ ਮਿਹਰ ਦਾ ਹੱਥ ਰੱਖਿਓ, ਆਪਣਾ ਨਾਮ ਸਿਮਰਨ ਹਰ ਵੇਲੇ ਦਿਓ, ਬੁਰੇ ਕੰਮਾਂ ਤੋਂ ਦੂਰ ਰੱਖਿਓ। ਮੈਂ ਆਪਣਾ ਸਤਸੰਗ ਥੋੜੀ ਦੇਰ ਲਈ ਸਮਾਪਤ ਕਰਦੀ ਹਾਂ, ਦੁਬਾਰਾ ਫੇਰ ਆਉਂਗੀ। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, जय गुरु जी, जय गुरु जी। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी। संगत जी, मैं गुरु जी की बेटी अपना शुक्राना सत्संग शेयर करने लगी हूँ। शुक्राना सत्संग शेयर करने से पहले मैं अपने गुरु महाराज जी का मंत्र जाप करना चाहूँगी। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। बहुत बहुत शुक्राना मेरे गुरु महाराज जी सत्संग शेयर करवाने के लिए। गुरु महाराज जी की बहुत ज़्यादा ब्लेसिंग्स जनवरी के महीने में, और सत्संग मेरे गुरु महाराज जी के छोटे छोटे शुक्राने सत्संग ये हैं कि जैसे कि मैंने अपना लास्ट सत्संग 16 जनवरी को रिकॉर्ड किया था, शुक्रवार को, शुक्राने के दिन में, और गुरु महाराज जी की कृपा से मुझे 17 ही जनवरी को मुझे गुरु महाराज जी ने नए साल में पहला सत्संग में बुलाया। उसके लिए मैं गुरु महाराज जी का शुक्राना करती हूँ। और संगत जी, सत्संग इतना प्यारा, इतने प्यारे शब्द गुरु महाराज जी के, और इतने अच्छे उन्होंने सत्संग शेयर किए। और संगत जी देखो, गुरु महाराज जी की कृपा, सत्संग 4 से 6 था और संगत ऑलमोस्ट 6:15 चली गई थी, लेकिन हम सिर्फ 3-4 जिनके घर पे सत्संग था वो घर के लोग और 2-3 संगत और थी, और हम वहाँ पे बैठे रहे, और हमने गुरु महाराज जी के सबने इतने अच्छे अच्छे अपने सत्संग शेयर किए। और उसी दिन क्या हुआ संगत जी कि मेरे को उसी दिन ही शोधी हरे का एक सत्संग आया, और उस सत्संग में जैसे मुझे अचानक ही कॉल किया मैंने अपनी फ्रेंड को, और वो कह रही कि आज हमारी सोसाइटी में सत्संग है तो आपने ज़रूर आना है। तो कैसे गुरु महाराज जी ने मुझे बुलावा दिया, सत्संग में बुलाया, और मैंने सुबह वो सत्संग सुना शोधी हरे का, पेट की प्रॉब्लम से रिलेटेड, और वो मुझे वहाँ पे गुरु महाराज ने शोधी हरे का पाउच सारी संगत को ब्लेस करे थे, और उसके लिए मैं बहुत बहुत शुक्राना करती हूँ गुरु महाराज जी ने। मेरे पास है शोधी हरे, मैं ऑनलाइन मंगाई हुई है, क्योंकि मेरी पेट की काफ़ी कॉन्स्टिपेशन की प्रॉब्लम रहती है, और एसिडिटी, गैस, ब्लॉटिंग बहुत रहती है, और गुरु महाराज जी ने मुझे शोधी हरे ब्लेस की, और मुझे उस सत्संग में भी बुला के दोबारा ब्लेस की, उसके लिए मैं कोटम कोट शुक्राना करती हूँ। और संगत जी, हम वहाँ पे 7:30 बजे तक इतने गुरु महाराज जी के सत्संग सब ने शेयर किए, एक्सपीरियंस सब ने इतना मज़ा किया। हम बस जैसे गुरु महाराज जी ने हमें बैठा लिया, कहते हैं कि हम आते हैं अपनी मर्ज़ी से हैं सत्संग में, लेकिन जब गुरु महाराज जी का हुक्म होगा हम तब भी ही जा पाते हैं वापस घर पे। जबकि मेरी बेटी की ट्यूशन थी संगत जी, वो अपनी फ्रेंड के घर पे गई हुई थी, मैंने उसको पिक करना था, लेकिन मैं उसको उसने मुझे कहा भी कि मम्मा मेरी आज छुट्टी करवा दो ट्यूशन। मैंने कहा नहीं बेटा, हार्डली 5:30 तक मैं आपके पास या 6 o'clock तक आ जाऊंगी, लेकिन मैं नहीं जा पाई। वो ये है कि हम जितना लाख चाहें कर लें कोशिश, लेकिन हम गुरु महाराज जी की आज्ञा से बिना बिल्कुल भी नहीं उठ पाते। और सत्संग इतने प्यारे सुन रहे थे, इतने मज़े, अच्छे अच्छे एक्सपीरियंस सबके शेयर कर उन्होंने जब हमें बताए सत्संग गुरु महाराज जी के, इतना मज़ा आ रहा था, दिल करता बस बैठे रहो सत्संग सुनते रहो, इतना मज़ा आया। उसके लिए मैं कोटम कोट शुक्राना करती हूँ गुरु महाराज जी, आपने सत्संग में बुलाया, अपने पहले नए साल में पहला सत्संग
की दात बख्शी, उसके लिए मैं कोटम कोट शुक्राना करती हूँ गुरु महाराज जी तहे दिल से। और संगत जी, और जैसे कि इंदिरा आंटी के बेटे का सभी अरदास कर रहे हैं कि उनका बेटा ठीक हो जाए, और हमें बहुत खुशी हो रही है जब मोनिका दी ने बताया कि वो अब काफ़ी बेटर है, रिकवर कर गया, उसके पैरों में जो सेंसेशन नहीं होती थी वो होने लग पड़ी है। डॉक्टर ने जैसे जवाब दे दिया था, तो उसके लिए भी मैं बहुत बहुत शुक्राना करती हूँ कि गुरु महाराज जी ने इतने सब संगत की और एक माँ की अरदास सुनी, और उनका बेटा ठीक हो रहा है, रिकवर कर रहा है। सारी गुरु संगत परिवार जो हमारे इस प्लेटफॉर्म में है, सब ने अरदास की है, और गुरु महाराज जी ने अरदास कबूल की, उसके लिए मैं कोटम कोट शुक्राना करती हूँ। और स्पेशल अरदास जो मोनिका दी ने की है, जबकि वो उनका एज अ सिस्टर जैसा रिलेशन है इंद्र दी के साथ, और उनकी तो स्पेशल गुरु महाराज जी की स्पेशल बच्ची है, तो वो अरदास गुरु महाराज के चरणों में स्वीकार होनी ही होनी थी। उसके लिए मैं कोटम कोट शुक्राना करती हूँ कि गुरु महाराज जी, आपने इंदिरा आंटी के बेटे को रिकवर किया, बहुत बहुत शुक्राना करती हूँ। और एक और आंटी हैं जिनके बेटे, वो काफ़ी रो भी रहे थे, वो भी सभी संगत अरदास कर रही है कि उनके बेटे का पहले एक्सीडेंट हो गया था बहुत मेजर, और फिर वो उससे अभी रिकवर ही हो रहा था, लेकिन उसके स्टोन का ऑपरेट होना है। तो गुरु महाराज जी, आप प्लीज़ आप वहाँ पे खुद ऑपरेट करें और उनका ऑपरेट सही हो, और उस माँ की भी अरदास कबूल करें, उनके बेटे को भी ठीक करो जल्दी से गुरु महाराज जी। यही अरदास करती हूँ गुरु महाराज जी, सबके बच्चों को ब्लेस करना, सबके मदर्स की जो भी इतनी परेशानी है वो दूर करें गुरु महाराज जी। यही अरदास करती हूँ मैं गुरु महाराज जी से। और अगेन गुरु महाराज जी के मेरे घर पे 22 को मेरी एक फ्रेंड आई थी, वो भी गुरु संगत ही है। वो भी काफ़ी बहुत ज़्यादा प्रॉब्लम में थी, जब उन्होंने अपना सब बताया कि उनके लाइफ में काफ़ी प्रॉब्लम्स चल रही हैं, अपनी पर्सनल प्रॉब्लम्स हैं, और जबकि मेरे घर पे वो बैठे, सामने मेरे गुरु महाराज जी का स्वरूप लगा, हम लिविंग रूम में बैठे थे। तो मैं यही अरदास करती हूँ गुरु महाराज जी की, वो भी बहुत प्रॉब्लम में है, तो आप उनकी भी अरदास कबूल करें, और उनकी भी जो प्रॉब्लम है फटाफट आप हील करें। और संगत जी, अगेन गुरु महाराज जी ने मुझे 26 को शनिवार को भी सत्संग में बुलाया, जबकि रिपब्लिक डे वाले दिन इतना मेरा मन था सुबह कि गुरु महाराज जी को सत्संग आ जाए, बल्कि छुट्टी का दिन है बच्चे की, तो वही हुआ। गुरु महाराज जी ने मुझे सत्संग में शाम को बुलाया, 4 बजे का था, और वहाँ पर भी इतने ब्लेस्ड शब्द, इतने ब्लेस्ड शब्द, उसके लिए भी बहुत बहुत शुक्राना करती हूँ गुरु महाराज जी। ऐसे ही सत्संग में बुलाते रहें, ऐसे ही हमें इतना अच्छा मौका मिलता है आपके पास बैठने का। घर पे तो हम दे भी नहीं पाते, लेकिन वहाँ जो पीस ऑफ माइंड से हम आपके कुर्बानी शब्द सुनते हैं और हमें अपने सवालों के जवाब मिलते हैं, उसके लिए भी मैं शुक्राना करती हूँ गुरु महाराज जी। बस ये अरदास है कि नए साल में बहुत सारे सत्संग पे बुलाते रहें और अपनी ब्लेसिंग्स देते रहें गुरु महाराज जी। कोटम कोट शुक्राना करती हूँ सत्संग में बुलाने के लिए। संगत जी, जैसे कि गुरु महाराज जी के काफ़ी आ रहा था कि कोई मतलब कष्ट है तेरे ऊपर, थोड़ा ध्यान रख अपना। और मेरी फ्रेंड की मेरी बेटी की फ्रेंड ने आना था, तो उस दिन हम वो स्टेशनरी के पास हमने कुछ लेने जाना था, तो मैं और मेरी बेटी और उसकी फ्रेंड थी। संगत जी, जैसे ही मैं एक्टिवा पे बैठनी और वो बैठी और मेरी बेटी जैसे बैठी, एकदम से एक्टिवा राइट साइड से जैसे गिरने लगी थी, और ऐसे लगा जैसे किसी ने मतलब मेरी बेटी कहती है कि मम्मा ध्यान से, तो मैं इनबैलेंस हो गई बहुत ज़्यादा, और देखा कि मेरी बेटी ने फटाफट वो पैर रखा और उस एक्टिवा में हम बच गए। नहीं तो उसमें हम तीनों भी थे और बैग भी था, और इतनी नीचे चिक्कड़ था, इतना वो था, रोड पे तो कुछ भी हादसा हो सकता था। तो उसके लिए भी मैं शुक्राना करती हूँ गुरु महाराज जी का कि उन्होंने मुझे और मेरी बेटी को और उनकी फ्रेंड की बेटी को बचाया। उसके लिए भी मैं बहुत बहुत शुक्राना करती हूँ गुरु महाराज जी का। और संगत जी, गुरु महाराज जी के अनंतम ब्लेसिंग्स हैं बहुत ज़्यादा। और संगत जी, जैसे कि गुरु महाराज जी के बहुत ज़्यादा मैंने इस बार जो सत्संग भी आ रहे हैं, इस बार मैंने काफ़ी सत्संग कैंसर के रिलेटेड सुने हैं। कोई शरीर में बीमारी पनप रही है, बेटा सत्संग सुन और कष्ट कटवा ले, और गांठ के भी काफ़ी सत्संग आ रहे हैं।
तो मैं गुरु महाराज जी से यही अरदास करती हूँ, गुरु महाराज जी जो भी है सब कुछ आपके ऊपर ही है और आपने ही हमें हीलिंग्स देनी है, बिकॉज़ मेरे डॉक्टर भी आप हो, मैंने किसी के पास नहीं जाना, दवाई भी आप, हम आपकी जल प्रसाद, चंदन टीका और इतना ब्लेस लंगर प्रसाद जो आप सत्संग में दे रहे हो, बुला रहे हो, बस वहीं से हमारे सत्संग सुनवा के गुरु महाराज जी हमारे कष्ट कटवा लो गुरु महाराज जी। यही अरदास करती हूँ मैं गुरु महाराज जी का अनंतम शुक्राना करती हूँ कि हमें सत्संग सुनना आने के लिए भी बहुत बहुत शुक्राना, हमारे कष्ट कटवाने के लिए भी बहुत बहुत शुक्राना। और संगत जी आज जैसे कि 28 जनवरी है और मेरे भाई ने आज मुझे मतलब बहुत अच्छी गुड न्यूज़ दी है। उसकी कार का मतलब कि 7 अगस्त को उसकी कार का बहुत ही मेजर एक्सीडेंट हुआ था और कार का इतना बुरा हालत कि कार बिल्कुल भी चांसेस नहीं थे कि बिल्कुल ठीक हो पाएगी। और मेरा भाई उस चीज़ को काफ़ी डिप्रेस था, टेंशन में था, ना प्रॉपर खाता था। इवन उसको तो गुरु महाराज जी से भी कहते, गुरु महाराज जी कुछ नहीं कर रहे, उन्होंने मुझे इतनी प्रॉब्लम ये हुई, वो बहुत ऐसा कुछ बोल रहा था। तो मैंने उसे बोला कि नहीं, बल्कि अपने ब्रदर को मैंने बोला कि ऐसा कुछ नहीं होता, गुरु महाराज जी परीक्षा लेते हैं और हमें उस परीक्षा में पास होना है और आप बिल्कुल टेंशन ना लो। गुरु महाराज जी जो बहुत बड़ा कष्ट था वो सिर्फ छोटे में काट लिया, लेकिन वो ये है कि वो थोड़ा हो गया था काफ़ी टेंस और डिसअपॉइंटेड कि मैं ऐसे क्यों हुआ मेरे साथ, गुरु महाराज जी ने ऐसे क्यों किया। तो आज जैसे गुरु महाराज जी ने इतनी बढ़िया कह भी रहे थे कि गुड न्यूज़ आने वाली है और सच में गुरु महाराज की कृपा से आज मुझे सुबह ही मॉर्निंग में ही मेरे ब्रदर का कॉल आया, कहता कि मेरी कार आ गई है जो 6 महीने बाद रिपेयर होके आई है। तो मैं उसके लिए बहुत बहुत शुक्राना करती हूँ गुरु महाराज जी कि आपने उसकी कार आई है, बस आप उसको बस एक ब्लेस करो। और मेरे को इवन कि मैंने सत्संग सुना, जिस दिन मैं सत्संग में गई थी मंडे को 26 जनवरी को, वहाँ पर एक संगत आंटी ने मुझे कार का सत्संग सुनाया कि गुरु महाराज जी ने उन्हें कार ब्लेस की, कार के सत्संग ही सुन रही थी। और देख लो गुरु महाराज जी ने, संगत जी, हमें हमारे सवालों के जवाब या जो भी है हमारी प्रॉब्लम्स जो भी है, हमें सत्संग में जाके सत्संग सुना के वहाँ पे हमारी प्रॉब्लम का हमें आंसर मिल जाता। मैंने अपने भाई को बोला भी था कि गुरु महाराज जी ने मुझे सत्संग बहुत सुनाया कार के लिए, तेरी कार पक्का आएगी, तो विश्वास रखा। और गुरु महाराज जी ने वही किया कि मेरे भाई को गुरु महाराज जी ने कार आई है जिसकी चाहे रिपेयर होके आई, लेकिन 6 महीने बाद जिसके चांसेस नहीं थे संगत जी, वो गुरु महाराज जी ने करके दिखाया और मैं उसके लिए बहुत बहुत शुक्राना करती हूँ गुरु महाराज जी। मैं अपने भाई की तरफ से बहुत बहुत शुक्राना करती हूँ कि आपने उसकी कार ब्लेस की है, रिपेयर होके आई है, उसके लिए बहुत बहुत शुक्राना करती हूँ गुरु महाराज जी। बस ऐसे ही सब मेरी फैमिली को ब्लेस करना गुरु महाराज जी, ऐसे ही। और संगत जी जैसे कि मेरे पापा हरिद्वार जा रहे हैं, उन्हें गुरु महाराज जी ने हरिद्वार की ट्रिप ब्लेस की है, वो ट्रेन में जा रहे हैं। बस गुरु महाराज जी आप उनके साथ रहना, अंग संग रहना और हमेशा बस उन्हें ब्लेस करते रहना, एक अच्छी हेल्थ। और मेरे जीजू का भी वीज़ा आ गया है, वो भी कल 29 जनवरी कल जा रहे हैं और उसके लिए भी बस गुरु महाराज जी शुक्राना करती हूँ कि बस आप उनके साथ रहना, उनका 6 मंथ्स का ट्रिप बहुत अच्छा रहे, अंग संग रहना गुरु महाराज जी सब बच्चों के साथ। मेरी सारी फैमिली को ब्लेस करना गुरु महाराज जी, यही अरदास करती हूँ। और मैं बस यही कहना चाहती हूँ संगत जी, बस गुरु महाराज जी से दिल से प्यार कीजिए, बस उन पे आप अपना विश्वास बनाए रखें और उनसे कुछ मांगने की ज़रूरत ही नहीं है, वो बिन मांगे हमें सब कुछ दे देते हैं। कहते हैं हमें मांगना नहीं है, हमें उन्हें मानना है, दिल से मानना है। और मैं बस यही अरदास करती हूँ गुरु महाराज जी से कि बस आप सबको ऐसे ही ब्लेस करते रहें और ऐसे ही हमारी झोली में खुशियाँ भरते रहें और बस अपनी सेवा सिमरन शुक्राने की दात बख्शते रहना गुरु महाराज जी और हमें सत्संग में ब्लेस करते रहना गुरु महाराज जी। और संगत जी मैं आज के लिए इतना ही कहना चाहती हूँ, अगले सत्संग की तैयारी करती हूँ गुरु महाराज जी की आज्ञा से। गुरु महाराज जी आप मेरा ये सत्संग अपने चरण कमलों में स्वीकार करें गुरु महाराज जी। और मैं अब अपने सत्संग को विराम देने से पहले गुरु महाराज जी का मंत्र जाप करना चाहूँगी।
ओम नमः शिवाय। शिव जी सदा सहाय। ओम नमः शिवाय। मेरे गुरु जी सदा सहाय। जय गुरु जी, शुक्राना गुरु जी। एंड स्पेशल थैंक्स टू माय रूहानी दीदी जो मेरा सत्संग शेयर कर लेते हैं टाइमली, उसके लिए भी कोटम कोट शुक्राना आपका दी। जय गुरु जी, शुक्राना गुरु जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी। शुक्राना शुक्राना